everyone, welcome back to my channel. This is Parneet. I hope you all are hale and hearty. So today in this video lesson, we are going to discuss a lot about vocabulary. आज ਆਪਾਂ discuss करेंगे 3 common mistakes which you people might commit when it comes to vocabulary. Because when vocabulary ਦੀ ਜਦੋਂ ਗੱਲ ਆਉਂਦੀ ਹੈ ਨਾ ਉਦੋਂ ਅਸੀਂ ਬਹੁਤ ਜ਼ਿਆਦਾ stressed out ਹੁੰਨੇ ਆ, tension ਦੇ ਵਿੱਚ ਹੁੰਨੇ ਆ because ਸਾਨੂੰ ਇਹ ਹੈ ਕਿ vocabulary ਅਸੀਂ ਲਿਖ ਕੇ ਆਉਣੀ ਹੈ। ਇਹ ਨਹੀਂ ਸੋਚਦੇ ਕਿ ਵੋਕੈਬਲਰੀ ਦਾ ਵਰਡ ਜਿਹੜਾ ਐਡਵਾਂਸ ਵਰਡ ਅਸੀਂ ਪੁੱਟ ਕਰਨ ਜਾ ਰਹੇ ਆਪਣੇ ਸੈਂਟੈਂਸ ਦੇ ਵਿੱਚ ਲਿਖਣ ਜਾ ਰਹੇ ਆਪਣੇ ਐਸੇ ਦੇ ਵਿੱਚ ਲੈਟਰ ਦੇ ਵਿੱਚ ਉਹ ਐਕਿਊਰੇਟ ਹੈ ਜਾਂ ਨਹੀਂ ਹੈ। ਇਹ ਤਾਂ ਅਸੀਂ ਬਿਲਕੁਲ ਵੀ ਨਹੀਂ ਸੋਚਦੇ ਬਟ ਸਾਨੂੰ ਇਹ ਆ ਉੱਥੋਂ ਵੀ ਸਾਨੂੰ ਵੋਕੈਬ ਦਾ ਵਰਡ ਮਿਲ ਜੇ ਉੱਥੋਂ ਵੀ ਮਿਲ ਜੇ ਕੋਈ ਲਿਸਟ ਪ੍ਰੋਵਾਈਡ ਕਰਦੇ ਮੈਂ ਉਹਨੂੰ ਰੱਟਾ ਮਾਰ ਲਾਂ ਤੇ ਫਿਰ ਉਹਨੂੰ ਯੂਜ਼ ਕਰਦਾ ਵਿਦਆਊਟ ਨੋਇੰਗ ਦਾ ਐਕਚੁਅਲ ਮੀਨਿੰਗ ਆਫ ਦੈਟ ਪਾਰਟਿਕੂਲਰ ਵਰਡ। ਸੋ ਅੱਜ ਆਪਾਂ ਇਹੀ ਚੀਜ਼ਾਂ ਡਿਸਕਸ ਕਰਾਂਗੇ 3 ਕਾਮਨ ਮਿਸਟੇਕਸ ਜਿਹੜੀਆਂ ਤੁਸੀਂ ਕਰਦੇ ਹੋ ਉਹਨਾਂ ਨੂੰ ਡਿਸਕਸ ਕਰਾਂਗੇ। So before starting the video, I have a humble request to you guys. Please subscribe to my channel. ਜਿਹਦੇ ਨਾਲ ਮੈਨੂੰ ਵੀ ਮੋਟੀਵੇਸ਼ਨ ਮਿਲੇਗੀ ਐਂਡ ਯੈਸ ਜੇ ਤੁਹਾਨੂੰ ਵੀਡੀਓਜ਼ ਹੈਲਪਫੁਲ ਐਂਡ ਨੌਲੇਜੇਬਲ ਲੱਗ ਰਹੀਆਂ ਨੇ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਫਿਰ ਤਾਂ ਤੁਸੀਂ ਸਬਸਕ੍ਰਾਈਬ ਕਰੋ ਡੂ ਇਟ ਰਾਈਟ ਨਾਓ ਐਂਡ ਡੋਂਟ ਫੋਰਗੇਟ ਟੂ ਲਾਈਕ ਐਂਡ ਸ਼ੇਅਰ ਮਾਈ ਵੀਡੀਓਜ਼ ਐਸ ਵੈਲ। ਸੋ let's get started. Okay, number one mistake ਜਿਹੜੀ ਸਟੂਡੈਂਟਸ ਕਰਦੇ ਨੇ as students want to fill their sentences with too many advanced words or I could say too many advanced vocabulary words. ਹੁਣ ਸਟੂਡੈਂਟਸ ਨੂੰ ਕੀ ਹੁੰਦਾ ਕਿ ਮੈਨੂੰ ਉੱਥੋਂ ਵੀ vocabulary ਮਿਲ ਜੇ ਹਨਾ ਇੱਥੋਂ ਵੀ vocabulary ਮਿਲ ਜੇ ਮੈਂ ਉਹਨੂੰ ਲਰਨ ਕਰ ਲਾਂ ਤੇ ਫਿਰ ਮੈਂ ਉਹਨੂੰ ਯੂਜ਼ ਕਰੀ ਜਾਵਾਂ ਤੇ ਆਪਾਂ ਇਹ ਨਹੀਂ ਸੋਚਦੇ ਕਿ ਉਹ ਵੋਕੈਬ ਵਰਡ ਜਿਹੜਾ ਪਾਰਟਿਕੂਲਰ ਸੈਂਟੈਂਸ ਦੇ ਵਿੱਚ ਮੈਂ ਯੂਜ਼ ਕਰਨ ਜਾ ਰਹੀ ਹਾਂ ਉਹ ਐਕਿਊਰੇਟ ਹੈ ਜਾਂ ਨਹੀਂ ਹੈ ਉਹ ਪ੍ਰੋਪਰ ਸੈਂਟੈਂਸ ਦੇ ਨਾਲ ਕੰਪੈਟੇਬਲ ਹੈ ਜਾਂ ਨਹੀਂ ਹੈ ਨਾ। ਐਜ਼ ਅ ਕਨਸੀਕੁਐਂਸ you commit plethora of mistakes and you sound unnatural. ਜਦੋਂ unnatural sound ਕਰਦੇ ਹੋ mistakes ਹੁੰਦੀਆਂ ਨੇ regarding vocabulary ਫਿਰ end ਦੇ ਵਿੱਚ ਕੀ ਹੁੰਦਾ ਤੁਹਾਡਾ band score ਵੀ reduce ਹੋ ਜਾਂਦਾ ਹੈ proper band score ਜਿਹੜਾ ਤੁਹਾਡਾ desired band score ਹੈ ਨਹੀਂ ਆਉਂਦਾ because ਮੈਂ ਪਹਿਲਾਂ ਹੀ ਦੱਸਿਆ vocabulary ਕੀ ਹੈ 25% ਅਕਾਊਂਟ ਕਰਦੀ ਹੈ total essay ਦਾ। ਅਗਰ total essay ਦੇ ਵਿੱਚੋਂ ਤੁਸੀਂ band score ਨੂੰ marking criteria ਨੂੰ ਦੇਖੋਗੇ ਨਾ ਤਾਂ vocabulary ਇੱਕ important imperative role play ਕਰਦੀ ਹੈ and that accounts for 25%. vocabulary ਬਹੁਤ crucial ਹੈ guys। vocabulary ਨੂੰ lightly ਨਾ ਲਓ but ਉਹਨੂੰ ਕਿਸ ਤਰ੍ਹਾਂ accurately use ਕਰ ਸਕਦੇ ਹੋ ਉਹ ਤੁਸੀਂ proper ਸਿੱਖੋ। for example recently I came across one mistake ਮੇਰੇ ਇੱਕ student ਨੇ ਹੀ commit ਕੀਤਾ ਸੀ ऐसे आया regarding the weight gain है ना उन्होंने ਉਹਦੇ ਵਿੱਚ ਇੱਕ ਲਾਈਨ ਲਿਖੀ in the introduction ਦੇ ਵਿੱਚ ਉਹਨਾਂ ਨੇ ਲਾਈਨ ਲਿਖੀ that weight of the people is burgeoning है ना। ਹੁਣ burgeoning ਸਾਨੂੰ ਮਤਲਬ burgeoning ਦਾ meaning ਹੁੰਦਾ increase ਹੋਣਾ है ना burgeoning ਦਾ meaning ਸਾਨੂੰ ਇਹ ਤਾਂ ਸਮਝ ਆ ਗਿਆ ਕਿ increase ਹੋਣਾ ਹੁੰਦਾ ਹੈ ਇਹਦਾ ਮਤਲਬ ਹੁੰਦਾ ਹੈ ਕੋਈ ਕਿਸੇ ਚੀਜ਼ ਦਾ ਵਧਣਾ ਬਟ ਉਹਨਾਂ ਨੇ ਇਹ ਨਹੀਂ ਸੋਚਿਆ ਕਿ burgeon ਜਿਹੜਾ ਵਰਡ ਹੈ ਉਹ ਕੰਪੈਟੇਬਲ ਹੈ ਵਿਦ ਦਾ weight or not ਬਟ ਉਹਨਾਂ ਨੇ ਲਿਖਤਾ ਉਹਨਾਂ ਨੇ ਕਿਤੋਂ vocab ਦਾ ਸੁਣਿਆ ਤੇ ਉਹਨਾਂ ਨੇ ਲਿਖਤਾ। However ਜੇ ਆਪਾਂ ਉਹ burgeon meaning ਦਾ actual meaning ਦੇਖੀਏ ਨਾ ਇਸ ਦਾ meaning ਹੁੰਦਾ rapidly ਕਿਸੇ ਚੀਜ਼ ਦਾ grow ਹੋਣਾ growing rapidly ਜਾਂ ਫਿਰ develop ਹੋਣਾ fast develop ਹੈ ਨਾ ਉਹ ਵਾਲੀਆਂ ਚੀਜ਼ਾਂ ਦੇ ਲਈ burgeon ਨੂੰ ਆਪਾਂ use ਕਰ ਸਕਦੇ ਹਾਂ। let's say for technology is burgeoning ਇਦਾਂ ਆਪਾਂ use ਕਰ ਸਕਦੇ ਹਾਂ ਹੈ ਨਾ ਬਟ ਉਹਨਾਂ ਨੇ ਯੂਜ਼ ਕੀਤਾ weight ਦੇ ਨਾਲ ਜਿੱਥੇ ਉਹ ਸਾਰਾ ਸੈਂਟੈਂਸ ਉਹਨਾਂ ਦਾ ਗਲਤ ਹੋ ਗਿਆ ਸੈਂਟੈਂਸ ਫਾਰਮੇਸ਼ਨ ਗਲਤ ਹੋ ਗਈ ਤੇ ਉਹਨਾਂ ਨੇ ਇੱਕ ਹਾਈ ਵੋਕੈਬ ਵਰਡ ਪਾਇਆ ਇੰਸਟੈਡ ਆਫ ਦੈਟ ਉਹਨਾਂ ਦੇ ਮਾਰਕਸ ਨਹੀਂ ਆਉਣਗੇ ਬੈਂਡਸ ਨਹੀਂ ਆਉਣਗੇ ਈਵਨ ਉਹ ਬੈਂਡ ਸਕੋਰ ਘੱਟ ਹੀ ਆਏਗਾ ਬਿਕਾਜ਼ ਐਗਜ਼ਾਮੀਨਰ ਨੂੰ ਲੱਗੇਗਾ ਕਿ ਤੋ ਰਟਾਇਆ ਕ੍ਰੈਮਡ ਵਰਡ ਇਹਨਾਂ ਨੇ ਚੱਕ ਕੇ ਕਿਤੇ ਵੀ ਫਿੱਟ ਕਰਤਾ। ਸੋ ਗਾਇਸ ਮੈਂ ਇੱਥੇ ਇਹੀ ਕਲੀਅਰ ਕਰਨਾ ਚਾਹੁੰਦੀ ਹਾਂ ਰਾਦਰ ਦੈਨ ਥਿੰਕਿੰਗ ਕਿ ਮੈਂ ਬਹੁਤ ਜ਼ਿਆਦਾ ਵਰਡਸ ਫਿਲ ਕਰਦਾ ਇੱਕ ਸੈਂਟੈਂਸ ਦੇ ਵਿੱਚ ਉਹਦੀ ਜਗ੍ਹਾ ਤੁਸੀਂ ਕਰੈਕਟ ਯੂਸੇਜ ਆਫ ਵੋਕੈਬਲਰੀ ਇਨ ਅ ਰਾਈਟ ਸੈਂਟੈਂਸ ਇਨ ਅ ਰਾਈਟ ਐਂਡ ਐਕਿਊਰੇਟ ਮੈਨਰ ਉਹ ਸਿੱਖੋ। ਕਲੀਅਰ। Second thing is now students have a myth students ਨੂੰ ਬਹੁਤ ਜ਼ਿਆਦਾ myths ਨੇ ਹਨਾ ਪਤਾ ਨਹੀਂ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਕਿਹਨੇ ਘੋਲ ਕੇ ਪਾਈਆਂ ਹੋਈਆਂ ਨੇ ਕਿ ਜਿੰਨੀ ਤੁਸੀਂ ਹਾਈ ਵੋਕੈਬਲਰੀ ਯੂਜ਼ ਕਰੋਗੇ ਉਹਨਾਂ ਤੁਹਾਡਾ ਬੈਂਡ ਸਕੋਰ ਹਾਈ ਆਏਗਾ ਬਟ ਉਹਦੇ ਨਾਲ ਇਹ ਚੀਜ਼ਾਂ ਨਹੀਂ ਸਿਖਾਈਆਂ ਜਾਂਦੀਆਂ ਕਿ ਉਹ ਹਾਈ ਵੋਕੈਬਲਰੀ ਉਹ ਹਾਈ ਐਡਵਾਂਸ ਵਰਡਸ ਵਾਈਡ ਰੇਂਜ ਆਫ ਵੋਕੈਬਲਰੀ ਯੂਜ਼ ਵੀ ਹੋਣੀ ਚਾਹੀਦੀ ਹੈ ਇਨ ਐਨ ਐਕਿਊਰੇਟ ਮੈਨਰ ਫਿਰ ਹੀ ਬੈਂਡ ਸਕੋਰ ਆਏਗਾ। ਸਿੱਧਾ ਜੇ ਉਹਨੂੰ ਕਿਤੇ ਵੀ ਕੋਈ ਵੀ ਵਰਡ ਚੱਕ ਕੇ ਫਿੱਟ ਕਰ ਦੋਗੇ ਉਸ ਤਰੀਕੇ ਨਾਲ ਬੈਂਡ ਸਕੋਰ ਕਦੇ ਵੀ ਨਹੀਂ ਆਏਗਾ। So I suggest rather than using advanced complicated words ਉਹਦੀ ਜਗ੍ਹਾ ਤੁਸੀਂ ਕੀ ਯੂਜ਼ ਕਰਕੇ ਆ ਸਕਦੇ ਹੋ simple words ਯੂਜ਼ ਕਰਕੇ ਆ ਸਕਦੇ ਹੋ। simple words ਵੀ vocab ਦੇ words ਹੁੰਦੇ ਨੇ ਬਟ ਉਹਨਾਂ ਨੂੰ ਤੁਸੀਂ easily accurately ਯੂਜ਼ ਕਰ ਸਕਦੇ ਹੋ instead of the complicated and the advanced words ਜਿਹੜੇ ਬਹੁਤ ਜ਼ਿਆਦਾ complicated complex sound ਕਰਦੇ ਨੇ ਉਹਨਾਂ ਨੂੰ ਯੂਜ਼ ਹੀ ਨਾ ਕਰੋ ਕਿਉਂਕਿ ਉੱਥੇ ਸਾਨੂੰ meaning ਨਹੀਂ clear ਹੁੰਦਾ ਫਿਰ ਅਸੀਂ ਐਵੇਂ ਹੀ ਚੱਕ ਕੇ ਕਿਤੇ ਵੀ ਉਹਨੂੰ ਫਿੱਟ ਕਰ ਦਿੰਦੇ ਹਾਂ। फॉर एग्जाम्पल तुसी यूज कर सकते हो या फिर तुसी बैलेंस बना सकते हो है ना। बैलेंस तुसी किस तरह बना सकते हो तुसी एक सिंपल वर्ड यूज किया एक सेंटेंस दे विच ओदे नाल कोई कॉम्पलैक्स यूज कर लो सिंपल यूज किया ओदे नाल कोई एडवांस वर्ड यूज कर लो इस तरीके नाल तुसी
ਉਹਦਾ ਕੰਪਲੈਕਸ ਤੇ ਸਿੰਪਲ ਦਾ ਕੰਬੀਨੇਸ਼ਨ ਬਣਾ ਕੇ, ਇੱਕ ਬੈਲੈਂਸ ਬਣਾ ਕੇ ਉਦੋਂ ਵੀ ਤੁਸੀਂ ਬਹੁਤ ਵਧੀਆ ਬੈਂਡ ਸਕੋਰ ਅਚੀਵ ਕਰ ਸਕਦੇ ਹੋ, ਰਾਦਰ ਦੈਨ ਕੱਲਾ ਫੋਕਸ ਕਰਨ ਤੇ ਕਿ ਮੈਂ ਤਾਂ ਹਾਈ ਵੋਕੈਬਲਰੀ ਬਹੁਤ ਕੰਪਲੀਕੇਟ ਵਰਡਸ ਹੀ ਯੂਜ਼ ਕਰਕੇ ਆਵਾਂ ਆਪਣੇ ਐਸੇ ਲੈਟਰ ਜਾਂ ਟਾਸਕ 1 ਅਕੈਡਮਿਕ ਦੇ ਵਿੱਚ। ਫॉर इंस्टेंस यू कुड यूज इनसरमाउंटेबल। ਹੁਣ देखो इनसरमाउंटेबल सुनन ਦੇ ਵਿੱਚ ਬਹੁਤ ਹੈਵੀ ਵਰਡ ਹੈ, बट की सानू पता है इनसरमाउंटेबल ਦਾ मीनिंग की ਹੁੰਦਾ। इनसरमाउंटेबल ਦਾ मीनिंग ਹੁੰਦਾ ਉਹ ਚੀਜ਼ ਜਿਸ ਨੂੰ ਅਸੀਂ ਘਟਾ ਨਾ ਸਕੀਏ, ਜਿਸ ਨੂੰ ਅਸੀਂ ਓਵਰਕਮ ਨਾ ਕਰ ਸਕੀਏ। ਸੋ ਇਹ ਸੁਜੈਸਟ ਹੀ ਕਰ ਰਿਹਾ ਕਿ ਇਨਸਰਮਾउंटेबल ਜਦੋਂ ਵੀ ਯੂਜ਼ ਹੋਏਗਾ ਇਹਦੀ ਐਗਜ਼ੈਕਟ ਯੂਸੇਜ ਕਿਸੇ ਪ੍ਰੋਬਲਮ ਦੇ ਨਾਲ ਹੋਏਗੀ, ਰਾਦਰ ਦੈਨ ਅਸੀਂ ਇਹਨੂੰ ਕਿਸੇ ਹੋਰ ਚੀਜ਼ ਦੇ ਨਾਲ ਯੂਜ਼ ਕਰੀਏ। ਫॉर एग्जाम्पल ਤੁਹਾਨੂੰ ਐਸੇ ਆਇਆ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨੂੰ ਰਿਡਿਊਸ ਕਰਨ ਦੇ ਲਈ ਸੋਲਿਊਸ਼ਨਸ ਪੁੱਛੇ ਗਏ ਨੇ, ਮਿਟੀਗੇਟ ਕਰਨ ਦੇ ਲਈ ਸੋਲਿਊਸ਼ਨਸ ਪੁੱਛੇ ਗਏ ਨੇ, ਉਦੋਂ ਤੁਸੀਂ ਯੂਜ਼ ਕਰ ਸਕਦੇ ਹੋ ਗਵਰਨਮੈਂਟ ਸ਼ੁੱਡ ਟੇਕ ਨੈਸੈਸਰੀ ਇਨੀਸ਼ੀਏਟਿਵਸ टू ओवरकम दिस इनसरमाउंटेबल प्रॉब्लम, है ना। वो वाली प्रॉब्लम जिन्होंने असी नहीं ओवरकम कर सकते बट उन्होंने फिर भी स्टैप्स चुकने चाहिए, इनिशिएटिव्स चुकने चाहिए। सैकेंड इज सेम वे जिवें मैं मिटीगेट यूज़ किया। मिटीगेट का हुण मीनिंग की हुंदा किसी चीज़ नूं रिड्यूस करना, इनू भी असी प्रॉब्लम्स दे नाल रिड्यूस कर सकते हैं। लाइक ये प्रॉब्लम सानू मिटीगेट किवें हो सकती है, ओवरकम किवें हो सकती है, इस तरह एग्जैक्ट यूसेज तुहानू सीखनी पएगी ड्यूरिंग योर प्रैक्टिस टाइम। क्लियर? Now third important mistake which you guys commit is regarding spellings. Yes, vocab आ गई, word भी learn कर लिया, but when we write or when we write in the final exam उदों की हुंदा जल्दी दे विच या फिर सानू clear भी नहीं हुंदा, सी already confused हुन्ने आ regarding the spellings। However फिर भी साडे मन च किते ना किते हुंदा कि मैं लिख आवां, होएगा देखी जाएगी, गलत होएगा या सही होएगा वो बाद दी गल है। सो गाइज इन्ना ब्लंडर ना कमिट करो। अगर तुसी श्योर नहीं हो स्पैलिंग्स के नाल, हुण अगर मैं इनसरमाउंटेबल नूं ही लगावां या फिर मैं अनडाउटेडली इनएविटेबली नूं लगावां, अनडाउटली अगर तुहानूं नहीं पता TEDLY हुंदा, तुसी कन्फ्यूज्ड हो तो उन्होंने ना यूज़ करो, उहदी जगह विदाउट एनी डाउट यूज़ कर लो, सिंपल यूज़ कर लो, बट मिसटेक्स कमिट ना करो, ये ब्लंडर्स कमिट ना करो, ठीक है। तो स्पैलिंग्स लई भी तुहानूं बहुत ज़्यादा पहला तो ही कॉन्शियस होना चाहिए, बिकॉज स्पैलिंग्स भी एक मार्किंग क्राइटेरिया का अलग पार्ट है, ਉਹਦਾ भी डिफरेंट वेटेज है, ਉਹਦੇ भी डिफरेंट डांस स्कोर है, ਉਹਦਾ भी डिफरेंट जो तुम स्पैलिंग्स ठीक करके आओगे तो ਤੁਹਾਡਾ डांस स्कोर अबव ही जाएगा रादर दैन कि वो लो आए। क्लियर? सो दैट्स ऑल गाइज, ये सीगियां 3 मिस्टेक्स ਜਿਹੜੀਆਂ ਤੁਸੀਂ कमिट कर दो, एंड इफ यू अग्री विद मी, इफ यू कोरिलेट दीज मिस्टेक्स विद यू, सो डू राइट मी इन द कॉमेंट सैक्शन। मैनू भी वधिया लगेगा सुन के कि तुसी कमिट कर रहे हो तो उन्होंने हुण इंप्रूव भी करोगे, सो डैट मैनू मोटिवेशन मिलेगी इस तरह दीयां कॉमन चीज़ां ਜਿਹੜੀਆਂ ਆਪਾਂ ਕਮਿਟ ਕਰਦੇ ਆ, है ना, गलत तरीके नाल यूज़ करते हैं, उन्हां ते होर वीडियोज़ मैं लैके आवां। सो stay tuned for more updates and I have a humble request again, please subscribe to my channel. Thank you so much, bye bye, take care।